सो ओके जी। टास्क देखो, करांगे टास्क 1 पाई चार्ट। ਤਾਂ ਸਟੇਟਮੈਂਟ ਪਹਿਲਾਂ ਦੇਖਦੇ ਹਾਂ ਆਪਾਂ। ਸਟੇਟਮੈਂਟ ਕਹਿ ਰਹੀ ਹੈ ਦੀ ਪਾਈ ਚਾਰਟਸ ਬਿਲੋ show the online shopping sales for retail sectors in New Zealand in 2003 and 2013। ਦੋਨੋਂ ਈਅਰ ਆਪਣੇ ਕੋਲ ਪਾਸਟ ਦੇ ਨੇ। that means tense ਕਿਹੜਾ ਚੱਲੂਗਾ? ਪਾਸਟ ਦਾ ਹੀ। ਠੀਕ ਹੈ। was were had ਜਾਂ verb ਦੀ ਸੈਕੰਡ ਫਾਰਮ ਵਾਲਾ। ਠੀਕ ਹੈ। ਪਾਸਟ ਇੰਡੈਫੀਨੇਟ, ਪਾਸਟ ਪਰਫੈਕਟ ਕਿਤੇ ਜੇ ਯੂਜ਼ ਹੋ ਸਕਦਾ ਹੋਇਆ। ਠੀਕ ਹੈ। ਤਾਂ ਆਨਲਾਈਨ ਸ਼ਾਪਿੰਗ ਸੇਲਸ ਫॉर ਰਿਟੇਲ ਸੈਕਟਰਸ, ਤਾਂ ਇਹਦੇ ਚ ਡਾਟਾ ਦੇਖ ਲੈਣੇ ਆਪਣੇ ਕੋਲੇ। ਚਾਰ ਕੈਟਾਗਰੀਜ਼ ਆਪਣੇ ਕੋਲ ਗਿਵਨ ਨੇ। ਟਰੈਵਲ, ਫਰਮ ਐਂਡ ਮਿਊਜ਼ਿਕ, ਸੌਰੀ ਫਿਲਮ ਐਂਡ ਮਿਊਜ਼ਿਕ, ਬੁੱਕਸ ਤੇ ਕਲੋਥਸ। ਨਾਲ ਉਹਨਾਂ ਦੇ ਕਲਰ ਦਿੱਤੇ ਹੋਏ ਨੇ ਉਹਨਾਂ ਨੇ। ਜਿਵੇਂ ਆ ਦੇਖੋ, ਬਲੈਕ ਕਲਰ ਇਸ ਚੀਜ਼ ਨੂੰ ਡਿਨੋਟ ਕਰ ਰਿਹਾ ਹੈ, ਫਿਲਮ ਮਿਊਜ਼ਿਕ ਇਸ ਚੀਜ਼ ਦਾ ਹੈਗਾ, ਬੁੱਕਸ ਇਸ ਚੀਜ਼ ਦਾ ਹੈਗਾ, ਤੇ ਕਲੋਥਸ ਜਿਹੜਾ ਉਹ ਵਾਈਟ ਵਾਲਾ। ਠੀਕ ਹੈ। ਹੁਣ ਆਪਾਂ ਇਹਦੇ ਵਿੱਚ ਐਕਸਪਲੇਨ ਕੀ ਕਰਨਾ ਹੋਏਗਾ। ਇੱਕ ਮਿੰਟ ਇਹਨਾਂ ਨੂੰ ਇਰੇਜ਼ ਕਰਦੇ ਆ। ਓਕੇ, ਤਾਂ ਇਹਦੇ ਵਿੱਚ ਆਪਾਂ ਐਕਸਪਲੇਨ ਇਹ ਕਰਨਾ ਹੈ ਕਿ 2003 ਦੇ ਵਿੱਚ ਜਿਹੜੀ ਚੀਜ਼ ਜਿੰਨੀ ਉਹ ਸੀਗੀ, ਕੀ ਉਹ ਘਟੀ ਜਾਂ ਉਹ ਵਧੀ 10 ਸਾਲਾਂ ਬਾਅਦ। ਜਿਵੇਂ 24 ਤੋਂ 16 ਰਹਿ ਗਿਆ, ਯਾਨੀ ਕਿ 4 ਇਹ ਘਟ ਗਿਆ, 4 ਇਹ ਘਟ ਗਿਆ, ਯਾਨੀ ਕਿ ਟੋਟਲ 8 ਘਟ ਗਿਆ। ਇਹ 36 ਤੋਂ 29 ਤੇ ਆ ਗਿਆ, ਇਹ 21 ਤੋਂ 33 ਤੇ ਹੋ ਗਿਆ, ਵੱਧ ਗਿਆ। ਇਹ ਵੀ ਵੱਧ ਗਿਆ, ਯਾਨੀ ਕਿ ਕੋਈ ਦੋ ਚੀਜ਼ਾਂ ਵੱਧ ਗਈਆਂ ਨੇ, ਦੋ ਘਟ ਗਈਆਂ ਨੇ। ਠੀਕ ਹੈ। ਤਾਂ ਕੰਪੈਰੀਜ਼ਨ ਆਪਣੇ ਸਾਹਮਣੇ ਹੀ ਹੈ। ਸਿੰਪਲ ਜਿਹਾ ਟਾਸਕ ਹੈ, ਕੋਈ ਬਹੁਤਾ ਔਖਾ ਨਹੀਂ ਹੈ। ਆਨਲਾਈਨ ਸੇਲਸ ਫॉर ਰਿਟੇਲ ਸੈਕਟਰ ਇਨ ਨਿਊਜ਼ੀਲੈਂਡ। ਨਿਊਜ਼ੀਲੈਂਡ ਦੇ ਵਿੱਚ ਇਹ ਕੰਮ ਹੋ ਰਿਹਾਗਾ। 10 ਸਾਲ ਦੇ ਗੈਪ ਤੇ ਆਪਾਂ ਨੂੰ ਡਾਟਾ ਗਿਵਨ ਹੈ 2003 ਤੋਂ ਲੈ ਕੇ 2023 ਦਾ। ਆਨਲਾਈਨ ਸ਼ਾਪਿੰਗ ਸੇਲਸ ਫॉर ਰਿਟੇਲ ਸੈਕਟਰਸ ਤਾਂ ਕਿੱਦਾਂ, ਮੰਨ ਲਓ ਕਲੋਥਸ ਦੀ ਗੱਲ ਹੈ ਤਾਂ 24% the sale of clothes was 24% in 2003, that decreased by 8% ਜਾਂ that decreased to 16%, ਜਿਹੜੀ ਕਿ ਘਟ ਕੇ 16 ਤੇ ਆ ਗਈ in 2013। ਠੀਕ ਹੈ। ਚਲੋ, ਪਹਿਲਾਂ ਤਾਂ ਆਪਾਂ ਇਹਦਾ ਬਣਾਉਨੇ ਆ ਜੀ ਇੰਟਰੋ, ਦੈਨ ਆਪਾਂ ਕਰਾਂਗੇ ਇਹਦੇ ਓਵਰਆਲ ਤੇ ਫੋਕਸ। ਓਕੇ, ਦੀ ਇਨਫੋਰਮੇਸ਼ਨ ਰਿਗਾਰਡਿੰਗ, ਉਹਨਾਂ ਨੇ ਐਕਟਿਵ ਦੇ ਵਿੱਚ ਦਿੱਤਾ ਹੋਇਆ, ਆਪਾਂ ਇਹਨੂੰ ਪੈਸਿਵ ਦੇ ਵਿੱਚ ਬਣਾ ਦੇਾਂਗੇ। ਦੀ ਇਨਫੋਰਮੇਸ਼ਨ ਰਿਗਾਰਡਿੰਗ, ਤਾਂ ਪਾਈ ਚਾਰਟ ਦਾ ਡਾਟਾ 99.9% ਕੇਸਿਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਹੁੰਦਾ ਹੈਗਾ। ਤਾਂ ਇਨਫੋਰਮੇਸ਼ਨ ਰਿਗਾਰਡਿੰਗ ਦੀ ਪਰਸੈਂਟੇਜ ਆਫ ਕਿਸ ਚੀਜ਼ ਦਾ ਡਾਟਾ ਹੈ? ਆਨਲਾਈਨ ਸ਼ਾਪਿੰਗ ਸੇਲ ਡਨ ਆਨਲਾਈਨ। ਆਪਾਂ ਥੋੜਾ ਜਿਹਾ ਨੂੰ ਘੁਮਾ ਕੇ ਲਿਖ ਦਿੰਦੇ ਆ ਰਿਡਕਸ਼ਨ ਕਲੌਜ਼ ਯੂਜ਼ ਕਰਕੇ। the information regarding the percentage of sale done online in ਕਿੰਨੇ 4 different sectors in New Zealand between 2003 and 2013 is depicted in the rendered ਜਾਂ given ਕੀ ਨੇ ਆਪਣੇ ਕੋਲ ਪਾਏ ਚਾਰਟਸ। ਓਕੇ ਜੀ। ਉਹਨਾਂ ਨੇ ਆਪਾਂ ਨੂੰ ਐਕਟਿਵ ਦੇ ਵਿੱਚ ਦਿੱਤੀ ਸੀ, ਆਪਾਂ ਪੈਸਿਵ ਚ ਬਣਾ ਦਿੱਤੀ। ਜੇ ਤੁਸੀਂ ਇਹਨੂੰ ਐਕਟਿਵ ਚ ਬਣਾਉਣਾ ਚਾਹੁੰਦੇ ਹੋ ਤਾਂ ਔਖਾ ਉਹ ਵੀ ਹੈ ਨਹੀਂਗਾ। ਆ ਲਓ, ਜਿਵੇਂ ਕਈ ਬੱਚੇ ਮੋਸਟਲੀ ਬਣਾਉਂਦੇ ਨੇ, ਉਹ ਚ ਆਪਾਂ ਕੀ ਕਰ ਦਿੰਦੇ ਆ ਕਿ ਦੀ ਪਾਏ ਚਾਰਟਸ ਹੁਣ ਦੋ ਨੇ ਤਾਂ ਆਪਾਂ ਡਿਪਿਕਟ ਲਿਖਾਂਗੇ। ਦੀ ਪਾਏ ਚਾਰਟ ਡਿਪਿਕਟ, ਇੱਥੋਂ ਲੈ ਕੇ ਇਹਨਾਂ ਤੱਕ ਸਾਰੀ ਸੇਮ ਗੱਲ ਲਿਖ ਦੇਣੀ ਹੈ ਬਸ, ਤੇ ਫੁੱਲ ਸਟਾਪ ਲਾ ਦੇਣਾ। ਆਹ ਚੀਜ਼ ਐਨੀ ਆਪਾਂ ਇਹਨੂੰ ਹਾਈਲਾਈਟ ਕਰ ਦਿੰਦੇ ਆ, ਤੇ ਆਹ ਚੀਜ਼ ਐਨੀ ਪੈਸਿਵ ਦੇ ਵਿੱਚ ਤੁਹਾਡੀ ਫਿਕਸ ਰਹਿੰਦੀ ਹੈ। ਠੀਕ ਹੈ। ਤੇ ਐਕਟਿਵ ਦੇ ਵਿੱਚ ਬਣਾਉਣਾ ਹੈ ਤਾਂ ਜਸਟ ਇੰਨੀ ਕੁ ਚੀਜ਼ ਅੱਗੇ ਤੁਸੀਂ ਲਿਖ ਦੇਣੀ ਹੈ। ਪਾਈ ਚਾਰਟ ਨੇ ਤਾਂ ਪਾਈ ਚਾਰਟ ਲਿਖ ਦੇਣਾ, ਬਾਰ ਹੈ ਤਾਂ ਬਾਰ ਲਿਖ ਦੇਣਾ, ਲਾਈਨ ਹੈ ਤਾਂ ਲਾਈਨ ਲਿਖ ਦੇਣਾ। ਪਿੱਛੇ ਦੋਨੋਂ ਇੰਟਰੋ ਸੇਮ ਤਰੀਕੇ ਨਾਲ ਹੀ ਬਣਦੀਆਂ ਨੇ। ਜਸਟ ਇਹਦੇ ਵਿੱਚ ਆਪਾਂ ਲਾਸਟ ਤੇ ਕਹਿੰਦੇ ਹੁੰਨੇ ਇਜ਼ ਡਿਪਿਕਟਡ ਇਨ ਦੀ ਰੈਂਡਰਡ ਪਾਈ ਚਾਰਟ, ਇਹਦੇ ਚ ਆਪਾਂ ਸਟਾਰਟਿੰਗ ਚ ਕਹਿ ਦਿੰਦੇ ਆ ਪਾਈ ਚਾਰਟ। ਤਾਂ ਐਕਟਿਵ ਦੇ ਵਿੱਚ ਕੀ ਹੁੰਦਾ ਹੈਗਾ? ਕੰਮ ਕਰਨ ਵਾਲਾ ਬੰਦਾ ਅੱਗੇ ਹੁੰਦਾ ਹੈ। ਪੈਸਿਵ ਦੇ ਵਿੱਚ ਕੀ ਹੁੰਦਾ? ਕੰਮ ਕਰਨ ਵਾਲਾ ਬੰਦਾ ਪਿੱਛੇ ਹੁੰਦਾ, ਵੀ ਇਹਦੇ ਦੁਆਰਾ ਕੰਮ ਕੀਤਾ ਗਿਆ ਆ। ਠੀਕ ਹੈ। ਹਾਂਜੀ, ਇੰਟਰੋ ਕਲੀਅਰ, ਅੱਗੇ ਚੱਲੀਏ। ਸੋ ਹੁਣ ਆਪਾਂ ਇਹਦੇ ਚ ਚਲੋ ਆਪਾਂ ਉੱਪਰ ਵਾਲੀ ਰੱਖ ਲੈਨੇ, ਇਹਨੂੰ ਮੈਂ ਨੀਚੇ ਕਰ ਦਿੰਦਾ ਤਾਂ ਕਿ ਆਪਾਂ ਵਰਡ ਕਾਊਂਟ ਦਾ ਵੀ ਧਿਆਨ ਰੱਖ ਸਕੀਏ। ਤਾਂ ਓਵਰਆਲ ਦੇ ਵਿੱਚ ਦੇਖੋ,
ਓਵਰਆਲ ਦੇ ਵਿੱਚ ਆਪਾਂ ਵਧੀਆ ਜਾਂ ਕੀ ਓਵਰਆਲ ਲਿਖ ਸਕਦੇ ਹਾਂ, ਯੂਨੀਕ ਜਾਂ ਕੋਈ ਯੂਨੀਕ ਫੀਚਰ ਵੀ ਦੇਖ ਲਓ ਜੇ ਕੁਝ ਸ਼ੋ ਹੋ ਰਿਹਾ ਤਾਂ ਆਪਾਂ ਦੇਖਿਆ ਕਿ ਦੋ ਕੈਟਾਗਰੀਜ਼ ਵਧੀਆਂ ਨੇ ਤੇ ਦੋ ਘਟੀਆਂ ਨੇ। ਕਲੋਥਸ ਕਲੋਥਸ ਐਂਡ ਟਰੈਵਲ ਜਿਹੜੇ ਨੇ ਦੋਨੋਂ ਹੀ ਵਧੇ ਨੇ। ਦੇਖੋ ਜਿੱਦਾਂ ਇਹ ਆਪਣੇ ਕੋਲੇ 24 ਸੀਗਾ, ਸੌਰੀ ਇਹ ਘਟੇ ਨੇ ਦੋਨੋਂ ਤੇ ਦੂਜੇ ਦੋ ਵਧੇ ਨੇ। ਇਹ ਘਟ ਕੇ 16 ਰਹਿ ਗਿਆ, ਇਹ 36 ਸੀਗਾ ਘਟ ਕੇ 29 ਰਹਿ ਗਿਆ, ਰਾਈਟ। ਇਹ 19 ਸੀਗਾ, ਇਹ 22 ਤੇ ਚੱਲ ਗਿਆ, ਯਾਨੀ ਕਿ 3% ਵੱਧ ਗਿਆ। ਇਹ 21 ਸੀਗਾ, ਇਹ 33 ਤੇ ਚੱਲ ਗਿਆ, ਲਗਭਗ 12% ਵੱਧ ਗਿਆ। ਠੀਕ ਹੈ, 9 ਤੇ 2, ਹਾਂ ਠੀਕ ਹੈ, ਇੰਨਾ ਕੁ ਵੱਧ ਗਿਆ, ਅਰਾਊਂਡ 12 ਕੁ। ਠੀਕ ਹੈ, ਤਾਂ ਹੁਣ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ? ਇਹਦੇ ਚ ਆਪਾਂ ਇਹ ਕਰ ਸਕਦੇ ਹਾਂ ਵੀ ਇਹਦੇ ਵਿੱਚ ਇੱਕ ਤਾਂ ਤੁਹਾਨੂੰ ਮੈਂ ਇੱਕ ਫਿਕਸ ਲਾਈਨ ਦੇ ਦਿੰਦਾ ਬਣਾ ਕੇ, ਠੀਕ ਹੈ, ਜਿਹੜੀ ਕਿ ਤੁਹਾਡੇ ਹਰੇਕ ਟਾਸਕ ਦੇ ਵਿੱਚ ਪੈ ਸਕਦੀ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਨਾਲ ਇਹ ਵੀ ਕਹਿ ਦਿੰਦਾ ਕਿ ਪਹਿਲਾਂ ਤੁਸੀਂ ਕੋਸ਼ਿਸ਼ ਕਰਨੀ ਹੈ ਇੱਕ ਯੂਨੀਕ ਫੀਚਰ ਲੱਭਣ ਦੀ। ਇਨ ਕੇਸ ਤੁਹਾਡੇ ਕੋਲੇ ਟਾਈਮ ਘੱਟ ਹੈ, ਨਹੀਂ ਲੱਭ ਰਿਹਾ, ਤਾਂ ਤੁਸੀਂ ਇਹ ਲਾਈਨ ਯੂਜ਼ ਕਰ ਸਕਦੇ ਹੋ। ਇਟ ਇਜ਼ ਅਪੈਰੈਂਟ that a plethora of variations can be observed during the period given, ਕਿ ਦਿੱਤੇ ਹੋਏ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਦੇਖੀਆਂ ਗਈਆਂ। A plethora of variations can be observed, ਕਾਫੀ ਸਾਰੀਆਂ ਚੇਂਜਸ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ। ਇੱਥੇ ਲਾ ਦੇਾਂਗੇ however, ਇੱਕ ਯੂਨੀਕ ਫੀਚਰ ਲਿਖ ਦਿਓ, however, ਪਰੰਤੂ the sale of clothes ਜਾਂ sale in clothes industry decreased, sale in clothes and travel industry decreased while the remaining increased। ਤਾਂ ਸਾਰੀ ਆਪਣੀ ਵਧੀਆ ਓਵਰਆਲ ਬਣ ਗਿਆ। ਠੀਕ ਹੈ, the sale of clothes and clothes as well as ਦੂਜੀ ਕਿਹੜੀ ਨਾਲ travel the sale of clothes as well as travel industry decreased while however ਵੱਡਾ ਯੂਜ਼ ਕਰ ਲੈਣੇ ਕਿਉਂਕਿ ਅੱਗੇ ਵਾਈਲ ਆ ਗਿਆ, ਤਾਂ ਸਾਰੇ ਸੈਂਟੈਂਸ ਉਹਦਾ ਫਿਰ ਰਨਿੰਗ ਚ ਰੱਖਾਂਗੇ ਤਾਂ ਅਨਰੀਡੇਬਲ ਹੋ ਜਾਂਦੀ ਚੀਜ਼। ਠੀਕ ਹੈ, ਓਕੇ। ਵਾਈਲ ਦੀ ਰਿਮੇਨਿੰਗ ਸੈਕਟਰ, ਦੀ ਸੇਲ ਆਫ ਰਿਮੇਨਿੰਗ ਸੈਕਟਰ ਕਹਿ ਦੋ ਜਾਂ ਕਹਿ ਲਓ ਵਾਈਲ ਦੀ ਰਿਮੇਨਿੰਗ ਸੈਕਟਰ sectors sale surged ਕਰ ਦੋ ਹੁਣ ਕਿ ਵਧੀ। ਓਕੇ, ਓਵਰਆਲ ਇਟ ਇਜ਼ ਅਪੈਰੈਂਟ that ਕਿ ਇਹ ਗੱਲ ਜ਼ਾਹਿਰ ਹੈ ਬਹੁਤ ਸਾਰੇ ਚੇਂजेस ਅਦਲਾ ਬਦਲਾ ਦੇਖਣ ਨੂੰ ਮਿਲੇ ਦਿੱਤੇ ਹੋਏ ਸਮੇਂ ਦੇ ਦੌਰਾਨ, ਪਰੰਤੂ ਸੇਲ ਆਫ ਕਲੋਥਸ ਐਜ਼ ਵੈਲ ਐਜ਼ ਟਰੈਵਲ ਇੰਡਸਟਰੀ ਡਿਕਰੀਜ਼ਡ, ਜਿਹੜੀ ਕਲੋਥਸ ਤੇ ਟਰੈਵਲ ਇੰਡਸਟਰੀ ਦੀ ਜਿਹੜੀ ਸੇਲ ਸੀਗੀ ਉਹ ਡਿਕਰੀਜ਼ ਹੋਈ, ਜਦ ਕਿ ਰਿਮੇਨਿੰਗ ਸੈਕਟਰ ਸੇਲ ਸਰਜਡ ਮਤਲਬ ਵਾਧਾ ਹੋਣਾ। ਸੇਲ ਵਿਚ ਵਾਸ ਡਨ ਕਹਿ ਸਕਦੇ ਹੋ ਜੀ। ਠੀਕ ਹੈ, ਸੋ ਇੰਟਰੋ ਤੇ ਓਵਰਆਲ ਸਮਝ ਆ ਗਿਆ ਸਭ ਨੂੰ? ਪਲੀਜ਼ ਚੈਟ ਬਾਕਸ ਤੇ ਦੱਸੋ ਸਾਰੇ ਜਾਣੇ, ਮੈਨੂੰ ਸਭ ਦਾ ਮੈਸੇਜ ਚਾਹੀਦਾ। ਡਨ, ਓਕੇ। ਚਲੋ ਓਕੇ 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 ਪ੍ਰਦੀਪ, ਓਕੇ ਸੁਖਵਿੰਦਰ, ਪ੍ਰੀਤ, ਹਰਪ੍ਰੀਤ, ਰੇਖਾ, ਮਨਜਿੰਦਰ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਓਕੇ ਜੀ ਡਨ। ਓਕੇ ਰਾਣਾ ਜੀ, ਚਲੋ ਅੱਗੇ ਹੁਣ ਆਪਣੇ ਕੋਲੇ ਆ ਗਿਆ ਜੀ ਬੀਪੀਜ਼। ਬੀਪੀ ਕਿੱਦਾਂ ਡਿਜ਼ਾਈਨ ਕਰਨੇ ਨੇ
ਬਿਲਕੁਲ ਨੈਚੁਰਲ ਜਾਂ ਕਨੈਕਟਰ ਲੈਣਾ, ਆਪਾਂ ਕੁਝ ਉਹ ਨਹੀਂ ਲੈਣਾ ਟੂ ਬਿਗਨ ਵਿਦ ਜਾਂ ਕੁਝ ਵੀ। ਫਸਟਲੀ ਫੋਕਸਿੰਗ ਔਨ 2003 ਜਾਂ ਕੁਝ ਕਰਕੇ ਨਾ, ਜਾਂ ਫਸਟਲੀ ਫੋਕਸਿੰਗ ਔਨ ਕਲੋਥਸ। ਤਾਂ ਦੋ ਚੀਜ਼ਾਂ ਨੇ ਜੀ, ਤੁਸੀਂ ਦੋ ਚੀਜ਼ਾਂ ਕਰ ਸਕਦੇ ਹੋ ਕਿ ਜਾਂ ਤਾਂ ਐਵੇਂ ਕਰ ਸਕਦੇ ਹੋ ਵੀ BP1 ਦੇ ਵਿੱਚ 2003 ਦੀ ਗੱਲ ਕਰ ਦੋ, ਇਹਨਾਂ ਨੂੰ ਆਪਸ 'ਚ ਕੰਪੇਅਰ ਕਰ ਦੋ ਵੀ ਜਿਹੜੀ ਟਰੈਵਲ ਇੰਡਸਟਰੀ ਦੇ ਵਿੱਚ ਸੇਲ ਹੋਈ ਉਹ ਇਹਦੇ ਮੁਕਾਬਲੇ ਜ਼ਿਆਦਾ ਸੀਗੀ, ਇਹਨਾਂ ਨੂੰ ਆਪਸ 'ਚ ਕੰਪੇਅਰ ਕਰ ਦੋ। ਜਾਂ ਫਿਰ ਦੂਜਾ ਤਰੀਕਾ ਕੀ ਹੈ, ਇਰੇਜ਼ ਕਰ ਦਿੰਦੇ ਹਾਂ। ਦੂਜਾ ਤਰੀਕਾ ਜਾਂ ਫਿਰ ਇਹ ਹੈ ਵੀ ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ ਈਅਰ ਵਾਈਜ਼ ਕੰਪੇਅਰ ਕਰ ਦੋ, ਠੀਕ ਹੈ। ਤਾਂ ਆਪਾਂ ਇਦਾਂ ਹੀ ਕਰਨ ਲੱਗੇ ਆ, ਜਿਹੜੀ ਸੈਕਿੰਡ ਵਾਲੀ ਆਪਸ਼ਨ ਮੈਂ ਤੁਹਾਨੂੰ ਦੱਸੀ ਹੈ, ਵੇਰੀਏਸ਼ਨ ਸੋਹਣੀਆਂ ਆ ਜਾਂਦੀਆਂ ਨੇ ਇਹਦੇ ਨਾਲ, ਠੀਕ ਹੈ। ਨਾਲੇ ਡਾਟਾ ਵੱਧ ਕਵਰ ਹੁੰਦਾ ਹੈਗਾ, ਘੱਟ ਸ਼ਬਦਾਂ ਦੇ ਵਿੱਚ ਵੱਧ ਗੱਲ ਕਹਿ ਪਾਵਾਂਗੇ ਆਪਾਂ, ਪਰ ਨਾਲ ਵਰਡ ਕਾਊਂਟ ਦਾ ਵੀ ਤੁਸੀਂ ਧਿਆਨ ਰੱਖਣਾ ਹੋਏਗਾ। ਤਾਂ ਇੱਥੋਂ ਤੱਕ ਆਪਣੇ 61 ਵਰਡਸ ਹੋ ਚੁੱਕੇ ਨੇ। ਓਕੇ, ਤਾਂ ਫਸਟਲੀ focusing on the firstly focusing on ਵਾਈਟ ਤੋਂ ਸ਼ੁਰੂ ਕਰ ਲੈਂਦੇ ਹਾਂ, ਕਲੋਥਸ ਸੈਕਟਰ। ਤੇ ਪਹਿਲਾਂ ਜੇ ਅਸੀਂ ਕਲੋਥ ਸੈਕਟਰ ਦੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਇਟਸ ਸੇਲ ਵਾਜ਼, ਮੈਂ ਮੈਂ ਤੁਹਾਨੂੰ ਨਾ ਫਿਕਸ ਵਾਲੀਆਂ ਸਟਰਕਚਰਸ ਨਹੀਂ ਕਰਵਾ ਰਿਹਾ, ਥੋੜੇ ਜਿਹੇ ਨਾਰਮਲ ਸੈਂਟੈਂਸ ਲਿਖਾਂਗੇ ਜਿਹੜੇ ਸਮਝ ਵੀ ਆਉਣਗੇ ਈਜ਼ਲੀ, ਠੀਕ ਹੈ। ਬਾਕੀ ਜੇ ਕਿਸੇ ਨੂੰ ਫਿਕਸ ਵਾਲੀ ਸਟਰਕਚਰ ਵਾਲੀ ਵੀਡੀਓ ਚਾਹੀਦੀ ਹੈ, ਕਲਾਸ ਤੋਂ ਬਾਅਦ ਮੈਨੂੰ ਮੈਸੇਜ ਕਰ ਦੇਣਾ, ਮੇਰੇ ਕੋਲੋਂ ਰਿਕਾਰਡਿੰਗ ਲੈਕਚਰ ਹੈਗਾ ਤੇ ਮੈਂ ਤੁਹਾਨੂੰ ਉਹਦਾ ਲਿੰਕ ਭੇਜ ਦੂੰਗਾ। ਜਿਨ੍ਹਾਂ ਨੂੰ ਹਾਲੇ ਫਿਕਸ ਸਟਰਕਚਰ ਨਹੀਂ ਆਉਂਦੀਆਂ, 8 ਤੋਂ 10 ਆਪਣੀਆਂ ਫਿਕਸ ਨੇ ਜਿਹੜੀਆਂ ਹਰੇਕ ਸੈਂਟੈਂਸ 'ਚ ਲੱਗ ਜਾਂਦੀਆਂ ਨੇ, ਮੈਨੂੰ ਮੈਸੇਜ ਕਰ ਦੇਣਾ, ਮੈਂ ਤੁਹਾਨੂੰ ਉਹ ਭੇਜ ਦਾਂਗਾ, ਠੀਕ ਹੈ। Firstly, focusing on clothes sector, okay, its sale was 24% in 2003, but जब that ला दो, that increased to, increased आप ऊपर यूज कर लिया, नहीं increased नहीं यूज किया, चलो रोज लिख दो, that rose to किन्ने ते चलेगी, सॉरी डिक्रीज हुई है ना, that dwindled, dwindled to 16% after 10 years, ਜਾਂ आफ्टर अ डेकेड लिख दो, डेकेड मतलब 10 साल। It sales, its sale was 24%, ਇਹਦੀ ਸੇਲ 24% ਸੀਗੀ 2003 ਦੇ ਵਿੱਚ, ਆ ਦੇਖੋ। ਜੋ ਕਿ that ਮਤਲਬ ਜੋ ਕਿ dwindled ਮਤਲਬ ਘਟਣਾ, dwindled to 16% after a decade, after a decade ਮਤਲਬ 10 ਸਾਲਾਂ ਬਾਅਦ, ਇੱਕ ਦਸ਼ਕ ਦੇ ਬਾਅਦ 16% ਤੇ ਆ ਗਈ। ਰਿਮੇਨਿੰਗ ਮੀਨ ਬਾਕੀ ਹੁੰਦਾ ਸਰ, ਹਾਂਜੀ ਰਿਮੇਨਿੰਗ ਦਾ ਮਤਲਬ ਬਾਕੀ ਹੁੰਦਾ ਸ਼ਬਨਮ। ਓਕੇ, ਅੱਗੇ ਚੱਲਦੇ ਆ। ਤਾਂ ਆਪਾਂ ਇੱਕ ਲਾਈਨ ਦੇ ਵਿੱਚ ਦੋਨੋਂ ਚੀਜ਼ਾਂ ਦੀ ਗੱਲ ਕਰ ਦਿੱਤੀ, ਠੀਕ ਹੈ। ਹੁਣ ਆਪਣੇ ਕੋਲੇ ਆ ਗਿਆ 36% ਤੇ 29%, ਇਹ ਵੀ ਘਟੇ ਹੀ ਨੇ, ਠੀਕ ਹੈ। ਤਾਂ ਆਪਾਂ ਇਹਨਾਂ ਦੇ ਵਿੱਚ ਹੁਣ ਲਿਖਾਂਗੇ ਡਿਸਕ੍ਰਿਪੈਂਸੀ ਵਾਲਾ ਜਿਹੜਾ ਆਪਣਾ ਇੱਕ ਫਿਕਸ ਸੈਂਟੈਂਸ ਹੈ ਉਹ ਲਗਾ ਦਿੰਦੇ ਆ, ਕਿਉਂਕਿ ਲੈਂਥ ਦਾ ਵੀ ਧਿਆਨ ਰੱਖਣਾ, ਉਹਦੇ ਨਾਲ ਲੈਂਥ ਕਾਫੀ ਤੁਹਾਡੀ ਲਾਈਕ 30-35 ਵਰਡ ਕਵਰ ਹੋ ਜਾਣਗੇ, ਬਹੁਤ ਛੋਟਾ ਟਾਸਕ ਹੈ, ਚ ਡਾਟਾ ਇੰਨਾ ਜ਼ਿਆਦਾ ਹੈ ਨਹੀਂ। ਤਾਂ ਆਪਾਂ ਇੱਥੇ ਲਿਖਾਂਗੇ ਕੁਝ ਕਨੈਕਟਰ ਦੇ ਦਿਓ, ਮੋਰ ਓਵਰ ਵਗੈਰਾ। ਤਾਂ ਜੇ ਆਪਾਂ 36 ਦੇ ਵਿੱਚੋਂ 29 ਮਾਈਨਸ ਕਰ ਦਈਏ ਤਾਂ ਆਪਣੇ ਕੋਲੇ 7 ਬਚਦਾ, ਠੀਕ ਹੈ। ਆਪਾਂ ਲਿਖਾਂਗੇ a 7% of discrepancy can be seen between
ਦੀ ਸੇਲ ਜਾਂ ਪਰਸੈਂਟੇਜ, ਦੀ ਪਰਸੈਂਟੇਜ ਜਾਂ ਪ੍ਰੋਪੋਰਸ਼ਨ ਬਿਟਵੀਨ ਦੀ ਪ੍ਰਪੋਰਸ਼ਨ ਆਫ, ਤਾਂ ਬਲੈਕ ਵਾਲਾ ਕਿਹੜਾ, ਟਰੈਵਲ, ਬਿਟਵੀਨ ਦੀ ਪ੍ਰਪੋਰਸ਼ਨ ਆਫ ਟਰੈਵਲ